ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਰੀਨਾ ਹੈ। ਮੈਂ ਬਚਪਨ ਤੋਂ ਇਕੱਲੇ ਰਹਿਣ ਵਾਲੀ ਕੁੜੀ ਸੀ। ਮੇਰੇ ਪਾਪਾ ਸ਼ਰਾਬੀ ਸੀ, ਇਸ ਲਈ ਮੇਰੀ ਮਾਂ ਉਹਨਾਂ ਤੋਂ ਬਹੁਤ ਪਰੇਸ਼ਾਨ ਸੀ। ਜਦੋਂ ਮੈਂ 4 ਸਾਲ ਦੀ ਸੀ, ਉਦੋਂ ਮੇਰੀ ਮਾਂ ਮੈਨੂੰ ਛੱਡ ਕੇ ਚਲੀ ਗਈ। ਮਾਂ ਦੇ ਜਾਣ ਤੋਂ ਬਾਅਦ ਮੇਰੇ ਪਾਪਾ ਹੋਰ ਸ਼ਰਾਬ ਪੀਣ ਲੱਗੇ ਅਤੇ ਇੱਕ ਦਿਨ ਉਹ ਵੀ ਦੁਨੀਆ ਤੋਂ ਚਲੇ ਗਏ। ਮੈਨੂੰ ਮੇਰੇ ਦਾਦਾ ਦਾਦੀ ਨੇ ਪੜ੍ਹਾਇਆ ਲਿਖਾਇਆ। ਜਦੋਂ ਮੈਂ 20 ਸਾਲ ਦੀ ਹੋਈ ਤਾਂ ਮੇਰੇ ਦਾਦਾ ਦਾਦੀ ਨੇ ਮੇਰਾ ਵਿਆਹ ਕਰ ਦਿੱਤਾ। ਮੈਂ ਆਪਣੇ ਪਤੀ ਪੁਨੀਤ ਨਾਲ ਵੱਡੇ ਪਰਿਵਾਰ ਵਿੱਚ ਰਹਿੰਦੀ ਸੀ। ਮੈਨੂੰ ਇੰਨੇ ਲੋਕਾਂ ਦੀ ਜੀ ਹਜ਼ੂਰੀ ਦੀ ਆਦਤ ਨਹੀਂ ਸੀ। ਸਵੇਰੇ ਉੱਠ ਕੇ ਸੱਸ ਸਹੁਰੇ ਨੂੰ ਚਾਹ ਦੇਣੀ ਪੈਂਦੀ ਸੀ, ਸਾਰਿਆਂ ਲਈ ਨਾਸ਼ਤਾ ਬਣਾਉਣਾ ਪੈਂਦਾ ਸੀ। ਇਹ ਸਭ ਮੇਰੇ ਵੱਸ ਦੀ ਗੱਲ ਨਹੀਂ ਸੀ। ਇਸ ਲਈ ਪੁਨੀਤ ਦੇ ਛੋਟੇ ਭਰਾ ਦਾ ਵਿਆਹ ਹੁੰਦੇ ਹੀ ਮੈਂ ਪੁਨੀਤ ਨੂੰ ਅਲੱਗ ਰਹਿਣ ਦੀ ਜਿੱਦ ਕੀਤੀ। ਇਸ ਲਈ ਉਸ ਨੇ ਸ਼ਹਿਰ ਵਿੱਚ ਇੱਕ ਮਕਾਨ ਲਿਆ। ਮੈਨੂੰ ਲੈ ਕੇ ਸ਼ਹਿਰ ਆ ਗਿਆ। ਮਕਾਨ 2 ਮੰਜ਼ਲਾ ਸੀ। ਥੱਲੇ ਮੈਂ ਤੇ ਪੁਨੀਤ ਰਹਿੰਦੇ ਸੀ। ਉੱਪਰ ਵਾਲੇ ਫਲੋਰ ਲਈ ਪੁਨੀਤ ਕੋਈ ਕਿਰਾਏਦਾਰ ਲੱਭਣ ਲੱਗਿਆ। ਕੁਝ ਹੀ ਸਮੇਂ ਵਿੱਚ ਪੁਨੀਤ ਨੇ ਉੱਪਰ ਵਾਲਾ ਰੂਮ ਇੱਕ ਸਟੂਡੈਂਟ ਨੂੰ ਕਿਰਾਏ 'ਤੇ ਦੇ ਦਿੱਤਾ। ਰਵੀ ਮੇਰੇ ਘਰ ਕਿਰਾਏ 'ਤੇ ਰਹਿਣ ਆਇਆ ਸੀ। ਉਹ ਦਿਨ ਭਰ ਕਮਰੇ ਵਿੱਚ ਰਹਿ ਕੇ ਆਪਣੇ ਪੇਪਰਾਂ ਦੀ ਤਿਆਰੀ ਕਰਦਾ ਸੀ। ਪੁਨੀਤ ਦੇ ਕੰਮ ਤੋਂ ਜਾਣ ਤੋਂ ਬਾਅਦ ਮੈਂ ਘਰ ਵਿੱਚ ਇਕੱਲੀ ਬੋਰ ਹੋ ਜਾਂਦੀ ਸੀ, ਇਸ ਲਈ ਮੈਂ ਰਵੀ ਦੇ ਕਮਰੇ ਵਿੱਚ ਚਲੀ ਜਾਂਦੀ। ਮੈਨੂੰ ਵੀ ਪੜ੍ਹਨ ਦਾ ਸ਼ੌਂਕ ਸੀ, ਇਸ ਲਈ ਪੜ੍ਹਨ ਦੇ ਬਹਾਨੇ ਮੈਂ ਰਵੀ ਦੇ ਕਮਰੇ ਵਿੱਚ ਜਾਂਦੀ। ਮੇਰਾ ਦਿਨ ਵੀ ਵਧੀਆ ਲੰਘ ਜਾਂਦਾ ਸੀ। ਮੈਨੂੰ ਪਤਾ ਹੀ ਨਹੀਂ ਚੱਲਿਆ ਕਿ ਕਦੋਂ ਮੈਂ ਤੇ ਰਵੀ ਇੱਕ ਦੂਜੇ ਨੂੰ ਪਿਆਰ ਕਰਨ ਲੱਗੇ। ਮੈਂ ਆਪਣੇ ਪਤੀ ਪੁਨੀਤ ਤੋਂ ਦੂਰ ਹੋ ਚੁੱਕੀ ਸੀ। ਉਹ ਸਿਰਫ ਨਾਂ ਦਾ ਹੀ ਮੇਰਾ ਪਤੀ ਰਹਿ ਗਿਆ ਸੀ। ਮੈਂ ਹੁਣ ਪੂਰੀ ਤਰ੍ਹਾਂ ਰਵੀ ਦੀ ਹੋ ਜਾਣਾ ਚਾਹੁੰਦੀ ਸੀ। ਇੱਕ ਦਿਨ ਰਵੀ ਨੇ ਮੈਨੂੰ ਕਿਹਾ ਕਿ ਚੱਲ ਆਪਾਂ ਦੋਨੋਂ ਇੱਥੋਂ ਭੱਜ ਚੱਲਦੇ ਹਾਂ। ਮੈਂ ਉਸ ਦੀਆਂ ਗੱਲਾਂ ਵਿੱਚ ਆ ਗਈ ਤੇ ਆਪਣੇ ਕੀਮਤੀ ਗਹਿਣੇ ਘਰੋਂ ਲੈ ਕੇ ਉਸ ਨਾਲ ਦੂਜੇ ਸ਼ਹਿਰ ਭੱਜ ਗਈ। ਮੇਰੇ ਨਾਲ ਕੁਝ ਦਿਨ ਰਹਿਣ ਤੋਂ ਬਾਅਦ ਉਸ ਨੇ ਮੈਨੂੰ ਇੱਕ ਦਲਾਲ ਔਰਤ ਨੂੰ ਵੇਚ ਦਿੱਤਾ ਤੇ ਮੇਰੇ ਸਾਰੇ ਗਹਿਣੇ ਲੈ ਕੇ ਫਰਾਰ ਹੋ ਗਿਆ। ਉਸ ਔਰਤ ਦਾ ਨਾਮ ਮੋਹਣੀ ਸੀ। ਉਸ ਨੇ ਮੈਨੂੰ ਜਿਸਮ ਫਰੋਸ਼ੀ ਦੀ ਦਲਦਲ ਵਿੱਚ ਧੱਕ ਦਿੱਤਾ। ਆਪਣੀ ਗਲਤੀ ਕਰਕੇ ਮੈਂ ਇਹ ਸਭ ਭੁਗਤ ਰਹੀ ਸੀ। ਮੈਂ ਇਸ ਧੰਦੇ ਨੂੰ ਆਪਣੀ ਕਿਸਮਤ ਮੰਨ ਲਿਆ, ਕਿਉਂਕਿ ਮੇਰੇ ਵਾਪਸ ਜਾਣ ਦੇ ਸਾਰੇ ਰਸਤੇ ਬੰਦ ਹੋ ਚੁੱਕੇ ਸਨ। ਪਰ ਮੋਹਣੀ ਬੁਰੀ ਔਰਤ ਨਹੀਂ ਸੀ। 2 ਸਾਲ ਬਾਅਦ ਹੀ ਉਸ ਨੇ ਮੈਨੂੰ ਕਿਹਾ ਕਿ ਜੇ ਤੂੰ ਆਪਣਾ ਘਰ ਵਸਾਉਣਾ ਚਾਹੇ ਤਾਂ ਮੈਂ ਤੇਰੀ ਪੂਰੀ ਮਦਦ ਕਰਾਂਗੀ। ਪਰ ਮੈਂ ਤਾਂ ਆਪਣਾ ਵਸਿਆ ਵਸਾਇਆ ਘਰ ਉਜਾੜ ਕੇ ਆਈ ਸੀ। ਹੁਣ ਨਵਾਂ ਘਰ ਵਸਾਉਣ ਦਾ ਕੋਈ ਇਰਾਦਾ ਨਹੀਂ ਸੀ। ਸਮਾਂ ਬੀਤਦਾ ਗਿਆ। ਮੇਰੀ ਮਾਲਕਣ ਮੋਹਣੀ ਦੀ ਮੌਤ ਹੋ ਗਈ। ਉਸ ਦਾ ਆਪਣਾ ਕੋਈ ਪਰਿਵਾਰ ਨਹੀਂ ਸੀ। ਉਸ ਦੇ ਮਰਨ ਤੋਂ ਬਾਅਦ ਮੈਨੂੰ ਪਤਾ ਚੱਲਿਆ ਕਿ ਉਸ ਨੇ ਆਪਣੀ ਸਾਰੀ ਸੰਪਤੀ ਮੇਰੇ ਨਾਮ ਕਰ ਦਿੱਤੀ ਹੈ। ਮੈਂ ਇਹ ਜਾਣ ਕੇ ਬੇਹੱਦ ਹੈਰਾਨ ਹੋਈ, ਕਿਉਂਕਿ ਇੱਥੇ ਨੇਹਾ ਨਾਮ ਦੀ ਇੱਕ ਕੁੜੀ ਮੇਰੇ ਤੋਂ ਵੀ ਪਹਿਲਾਂ ਦੀ ਰਹਿੰਦੀ ਸੀ। ਪਰ ਮੋਹਣੀ ਨੇ ਉਸ ਨੂੰ ਕੁਝ ਨਾ ਦਿੱਤਾ। ਨੇਹਾ ਨੂੰ ਵੀ ਦੌਲਤ ਦਾ ਕੋਈ ਲਾਲਚ ਨਹੀਂ ਸੀ। ਉਸ ਨੂੰ ਮੇਰੇ ਮਾਲਕਣ ਬਣਨ ਤੋਂ ਕੋਈ ਪਰੇਸ਼ਾਨੀ ਨਹੀਂ ਸੀ। ਇੰਨੇ ਸਾਲਾਂ ਵਿੱਚ ਮੋਹਣੀ ਨਾਲ ਰਹਿਣ ਕਰਕੇ ਮੈਂ ਇਹ ਧੰਦਾ ਪੂਰੀ ਤਰ੍ਹਾਂ ਸਿੱਖ ਚੁੱਕੀ ਸੀ। ਮੈਂ ਇੰਨੇ ਸਾਲਾਂ ਵਿੱਚ ਮਰਦਾਂ ਦੀ ਹਕੀਕਤ ਚੰਗੀ ਤਰ੍ਹਾਂ ਜਾਣ ਚੁੱਕੀ ਸੀ। ਵਫਾਦਾਰੀ ਤੇ ਇਮਾਨਦਾਰੀ ਦੀਆਂ ਗੱਲਾਂ ਕਰਨ ਵਾਲੇ ਮਰਦ ਮੇਰੀ ਦਹਲੀਜ਼ ਤੇ ਵਫਾ ਤੇ ਈਮਾਨ ਦੋਨੋਂ ਵੇਚ ਕੇ ਜਾਂਦੇ ਸਨ। ਮੈਨੂੰ ਤਾਂ ਮਰਦ ਜਾਤ ਤੋਂ ਨਫ਼ਰਤ ਹੋ ਗਈ ਸੀ। ਇੱਥੇ ਹਰ ਮਰਦ ਹੀ ਕਿਸੇ ਨਾ ਕਿਸੇ ਨੂੰ ਧੋਖਾ ਦੇ ਰਿਹਾ ਸੀ। ਇੱਕ ਪੁਨੀਤ ਹੀ ਸੀ ਜਿਸ ਨੂੰ ਮੈਂ ਧੋਖਾ ਦਿੱਤਾ ਸੀ। ਜਦੋਂ ਮੈਂ ਪੁਨੀਤ ਬਾਰੇ ਸੋਚਦੀ ਤਾਂ ਪਰੇਸ਼ਾਨ ਹੋ ਜਾਂਦੀ। ਉਸ ਦੀ ਕੀ ਗਲਤੀ ਸੀ? ਉਸ ਨੇ ਤਾਂ ਮੇਰੇ ਲਈ ਉਹ ਸਭ ਕੁਝ ਕੀਤਾ ਜੋ ਮੈਂ ਚਾਹਿਆ ਸੀ। ਮੇਰੇ ਲਈ ਉਸ ਨੇ ਆਪਣਾ ਪਰਿਵਾਰ ਵੀ ਛੱਡ ਦਿੱਤਾ ਸੀ। ਪਰ ਬਦਲੇ ਵਿੱਚ ਮੈਂ ਉਸ ਨਾਲ ਕੀ ਕੀਤਾ? ਮੈਨੂੰ ਪੁਨੀਤ ਦੀ ਬਹੁਤ ਯਾਦ ਆਉਂਦੀ, ਪਰ ਮੈਨੂੰ ਯਕੀਨ ਸੀ ਕਿ ਮੇਰੇ ਘਰੋਂ ਭੱਜਣ ਤੋਂ ਬਾਅਦ ਪੁਨੀਤ ਨੇ ਦੂਜਾ ਵਿਆਹ ਕਰਵਾ ਲਿਆ ਹੋਵੇਗਾ। ਮੈਂ ਇੰਨੇ ਸਾਲਾਂ ਵਿੱਚ ਪੁਨੀਤ ਦੀ ਕੋਈ ਖਬਰ ਨਹੀਂ ਲਈ। ਮੋਹਣੀ ਦੀ ਮੌਤ ਨੂੰ ਕੁਝ ਮਹੀਨੇ ਬੀਤ ਚੁੱਕੇ ਸਨ। ਮੇਰਾ ਧੰਦਾ ਪਹਿਲਾਂ ਤੋਂ ਵੀ ਚੰਗਾ ਚੱਲਣ ਲੱਗਾ ਸੀ। ਪੈਸੇ ਦੀ ਕੋਈ ਕਮੀ ਨਹੀਂ ਸੀ। ਪਰ ਮੈਨੂੰ ਪੁਨੀਤ ਦੀ ਯਾਦ ਸਤਾਉਣ ਲੱਗੀ। ਮੈਂ ਸੋਚ ਰਹੀ ਸੀ ਕਿ ਜੇ ਪੁਨੀਤ ਮੈਨੂੰ ਮਾफ़ ਕਰ ਦੇਵੇ ਤਾਂ ਮੈਂ ਇਹ ਕੰਮ ਹਮੇਸ਼ਾ ਲਈ ਛੱਡ ਦੇਵਾਂਗੀ। ਨੇਹਾ ਵੀ ਕੰਮ ਸੰਭਾਲਣ ਵਿੱਚ ਮੇਰੀ ਪੂਰੀ ਮਦਦ ਕਰਦੀ ਸੀ। ਉਹ ਪਿਆਰ ਦੇ ਚੱਕਰ ਵਿੱਚ ਇਸ ਜਗ੍ਹਾ ਪਹੁੰਚੀ। ਮੈਂ ਪੁਨੀਤ ਕੋਲ ਵਾਪਸ ਜਾਣ ਦਾ ਫੈਸਲਾ ਕੀਤਾ, ਕਿਉਂਕਿ ਕੰਮ ਤਾਂ ਨੇਹਾ ਵੀ ਸੰਭਾਲ ਲੈਂਦੀ ਸੀ।
ਮੈਂ ਸੋਚ ਰਹੀ ਸੀ ਕਿ ਮੈਂ ਪੁਨੀਤ ਦੇ ਪੈਰਾਂ 'ਤੇ ਡਿੱਗ ਉਸ ਤੋਂ ਮਾफ़ੀ ਮੰਗ ਲਵਾਂਗੀ, ਪਰ ਨੇਹਾ ਮੇਰੇ ਫੈਸਲੇ ਤੋਂ ਖੁਸ਼ ਨਹੀਂ ਸੀ। ਉਸ ਨੂੰ ਲੱਗਦਾ ਸੀ ਕਿ ਸਾਡੇ ਵਰਗੀਆਂ ਔਰਤਾਂ ਲਈ ਸਮਾਜ ਵਿੱਚ ਕੋਈ ਜਗ੍ਹਾ ਨਹੀਂ ਹੁੰਦੀ। ਮੇਰੀ ਅਸਲੀਅਤ ਜਾਣਨ ਤੋਂ ਬਾਅਦ ਪੁਨੀਤ ਮੈਨੂੰ ਕਦੇ ਨਹੀਂ ਅਪਣਾਵੇਗਾ। ਉਸ ਦੀ ਗੱਲ ਕਾफ़ੀ ਹੱਦ ਤੱਕ ਸਹੀ ਵੀ ਸੀ, ਪਰ ਮੈਂ ਜਾਣ ਦੀ ਤਿਆਰੀ ਕਰਨ ਲੱਗੀ। ਮੋਹਣੀ ਦੀ ਮੌਤ ਤੋਂ ਬਾਅਦ ਮੈਂ ਉਸ ਦੇ ਕਮਰੇ ਵਿੱਚ ਰਹਿਣ ਲੱਗੀ, ਪਰ ਮੈਂ ਉਸ ਦੇ ਨਿੱਜੀ ਸਮਾਨ ਨੂੰ ਕਦੇ ਹੱਥ ਨਹੀਂ ਲਾਇਆ। ਆਪਣਾ ਸਮਾਨ ਪੈਕ ਕਰਦੇ ਪਤਾ ਨਹੀਂ ਕੀ ਸੁੱਝਿਆ, ਮੈਂ ਉਸ ਦੀ ਅਲਮਾਰੀ ਫਰੋਲਣ ਲੱਗੀ। ਮੈਨੂੰ ਮੋਹਣੀ ਦੇ ਸਮਾਨ ਵਿੱਚੋਂ ਉਸ ਦੀ ਡਾਇਰੀ ਮਿਲੀ। ਮੈਂ ਸਭ ਕੁਝ ਛੱਡ ਕੇ ਉਸ ਦੀ ਡਾਇਰੀ ਪੜ੍ਹਨ ਲੱਗੀ। ਮੇਰੇ ਸਾਹਮਣੇ ਉਸ ਦੀ ਜ਼ਿੰਦਗੀ ਦੇ ਸਾਰੇ ਰਾਜ਼ ਖੁੱਲ੍ਹ ਗਏ। ਉਸ ਨੇ ਆਪਣੀ ਪੂਰੀ ਕਹਾਣੀ ਲਿਖੀ ਹੋਈ ਸੀ ਕਿ ਉਸ ਦਾ ਵਿਆਹ ਇੱਕ ਸ਼ਰਾਬੀ ਨਾਲ ਹੋਇਆ। ਉਸ ਦੀ ਇੱਕ ਬੇਟੀ ਵੀ ਸੀ, ਪਰ ਉਹ ਆਪਣੇ ਪਤੀ ਦੇ ਜ਼ੁਲਮਾਂ ਤੋਂ ਪਰੇਸ਼ਾਨ ਸੀ। ਜ਼ਿੰਦਗੀ ਨਰਕ ਬਣ ਗਈ ਸੀ। ਉਸ ਦਾ ਪਤੀ ਉਸ ਨੂੰ ਰੋਜ਼ ਮਾਰਦਾ ਸੀ। ਇਸੇ ਦੌਰਾਨ ਉਸ ਨੂੰ ਆਪਣੇ ਗੁਆਂਢੀ ਨਾਲ ਪਿਆਰ ਹੋ ਗਿਆ। ਆਪਣੀ ਛੋਟੀ ਬੱਚੀ ਨੂੰ ਛੱਡ ਕੇ ਉਹ ਰਾਤੋਂ ਰਾਤ ਉਸ ਗੁਆਂਢੀ ਨਾਲ ਭੱਜ ਗਈ। ਉਸ ਨੇ ਸੋਚਿਆ ਸੀ ਕਿ ਸਭ ਠੀਕ ਹੋਣ ਤੋਂ ਬਾਅਦ ਆਪਣੀ ਬੇਟੀ ਨੂੰ ਵੀ ਆਪਣੇ ਕੋਲ ਲੈ ਆਵੇਗੀ, ਪਰ ਕਿਸਮਤ ਨੇ ਉਸ ਦਾ ਸਾਥ ਨਾ ਦਿੱਤਾ। ਸਾਲ ਭਰ ਦੇ ਅੰਦਰ ਹੀ ਉਸ ਗੁਆਂਢੀ ਦੀ ਮੌਤ ਹੋ ਗਈ। ਉਸ ਦੀ ਮੌਤ ਤੋਂ ਬਾਅਦ ਮੋਹਣੀ ਕੋਲ ਕੋਈ ਰਸਤਾ ਨਹੀਂ ਸੀ, ਇਸ ਲਈ ਉਹ ਇਸ ਧੰਦੇ ਦਾ ਹਿੱਸਾ ਬਣ ਗਈ। ਉਸ ਦਾ ਨਾਮ ਰਮਨ ਤੋਂ ਮੋਹਣੀ ਹੋ ਗਿਆ। ਉਹ ਹਮੇਸ਼ਾ ਆਪਣੀ ਬੇਟੀ ਬਾਰੇ ਸੋਚਦੀ ਰਹਿੰਦੀ ਤੇ ਰੋਂਦੀ ਰਹਿੰਦੀ। ਉਸ ਨੇ ਆਪਣੀ ਬੇਟੀ ਬਾਰੇ ਪਤਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸ ਦੇ ਪਤੀ ਦੀ ਮੌਤ ਤੋਂ ਬਾਅਦ ਉਸ ਦੇ ਸੱਸ ਸਹੁਰਾ ਉਹਦੀ ਬੇਟੀ ਨੂੰ ਲੈ ਕੇ ਕਿਤੇ ਹੋਰ ਚਲੇ ਗਏ। ਇਸ ਲਈ ਉਹ ਕਦੇ ਉਸ ਨੂੰ ਲੱਭ ਨਾ ਪਾਈ। ਆਖਰੀ ਸਮੇਂ ਵਿੱਚ ਵੀ ਉਹ ਆਪਣੀ ਬੇਟੀ ਨੂੰ ਯਾਦ ਕਰਦੀ ਮਰ ਗਈ। ਮੋਹਣੀ ਦੀ ਡਾਇਰੀ ਪੜ੍ਹਦੇ ਪੜ੍ਹਦੇ ਮੇਰੀਆਂ ਅੱਖਾਂ ਭਰ ਆਈਆਂ, ਕਿਉਂਕਿ ਮੋਹਣੀ ਕੋਈ ਹੋਰ ਨਹੀਂ, ਮੇਰੀ ਸਕੀ ਮਾਂ ਸੀ, ਜੋ ਮੈਨੂੰ ਬਚਪਨ ਵਿੱਚ ਛੱਡ ਕੇ ਚਲੀ ਗਈ ਸੀ। ਉਸ ਦੀ ਡਾਇਰੀ ਵਿੱਚ ਮੈਨੂੰ ਇੱਕ ਤਸਵੀਰ ਵੀ ਮਿਲੀ, ਜਿਸ ਵਿੱਚ ਮੈਂ ਆਪਣੀ ਮਾਂ ਦੀ ਗੋਦ ਵਿੱਚ ਬੈਠੀ ਹੋਈ ਸੀ। ਕਿਸਮਤ ਦਾ ਖੇਲ ਵੀ ਅਜੀਬ ਹੁੰਦਾ ਆ। ਜਿਸ ਬੇਟੀ ਦੀ ਤਲਾਸ਼ ਵਿੱਚ ਮੋਹਣੀ ਜ਼ਿੰਦਗੀ ਭਰ ਤੜਪਦੀ ਰਹੀ, ਉਹ ਬੇਟੀ ਖੁਦ ਹੀ ਉਸ ਦੇ ਕੋਲ ਆ ਗਈ। ਪਰ ਅਸੀਂ ਮਾਵਾਂ ਧੀਆਂ ਇੱਕ ਦੂਜੇ ਨੂੰ ਪਹਿਚਾਣ ਨਹੀਂ ਪਾਈਆਂ। ਕਾਸ਼ ਆਪਣੇ ਆਖਰੀ ਪਲਾਂ ਵਿੱਚ ਉਹ ਜਾਣ ਪਾਉਂਦੀ ਕਿ ਮੈਂ ਹੀ ਉਸ ਦੀ ਬੇਟੀ ਸੀ। ਸਵੇਰੇ 10 ਵਜੇ ਮੇਰੀ ਟ੍ਰੇਨ ਸੀ। ਮੈਂ ਰਾਤ ਭਰ ਇੱਕ ਪਲ ਵੀ ਨਾ ਸੁੱਤੀ, ਆਪਣੀ ਮਾਂ ਨੂੰ ਹੀ ਯਾਦ ਕਰਦੀ ਰਹੀ। ਸਵੇਰੇ ਮੈਂ ਨੇਹਾ ਨੂੰ ਸਭ ਕੁਝ ਦੱਸਿਆ ਤਾਂ ਉਸ ਦੀਆਂ ਵੀ ਅੱਖਾਂ ਭਰ ਆਈਆਂ। ਮੈਂ ਜਾਣ ਦੀ ਤਿਆਰੀ ਕੀਤੀ। ਮੈਂ ਟ੍ਰੇਨ ਵਿੱਚ ਆਪਣੀ ਸੀਟ 'ਤੇ ਬੈਠੀ ਸੀ। ਅਚਾਨਕ ਮੇਰੇ ਸਾਹਮਣੇ ਤੋਂ ਇੱਕ ਆਦਮੀ ਗੁਜ਼ਰਿਆ। ਮੈਂ ਪਹਿਲੀ ਨਜ਼ਰ ਵਿੱਚ ਹੀ ਇਸ ਆਦਮੀ ਨੂੰ ਪਛਾਣ ਲਿਆ। ਇਹ ਤਾਂ ਰਵੀ ਸੀ। ਰਵੀ ਨੇ ਮੈਨੂੰ ਨਹੀਂ ਵੇਖਿਆ ਤੇ ਅੱਗੇ ਵਧ ਗਿਆ। ਇਹ ਉਹੀ ਆਦਮੀ ਸੀ ਜਿਸ ਦੀ ਵਜ੍ਹਾ ਕਰਕੇ ਮੈਂ ਆਪਣੇ ਪਤੀ ਪੁਨੀਤ ਨੂੰ ਧੋਖਾ ਦਿੱਤਾ। ਮੁਹੱਬਤ ਦੇ ਨਾਂ 'ਤੇ ਇਸ ਆਦਮੀ ਨੇ ਮੈਨੂੰ ਕੋਠੇ 'ਤੇ ਵੇਚਿਆ। ਮੇਰੀ ਕੀਮਤ ਵਸੂਲਣ ਤੋਂ ਇਲਾਵਾ ਉਹ ਮੇਰੇ ਗਹਿਣੇ ਲੈ ਕੇ ਫਰਾਰ ਹੋ ਗਿਆ। ਉਦੋਂ ਤਾਂ ਮੈਂ ਕੁਝ ਨਹੀਂ ਕਰ ਸਕਦੀ ਸੀ, ਪਰ ਹੁਣ ਮੈਂ ਉਸ ਤੋਂ ਆਪਣੀ ਜ਼ਿੰਦਗੀ ਦੀ ਤਬਾਹੀ ਦਾ ਬਦਲਾ ਲੈ ਸਕਦੀ ਸੀ। ਮੈਂ ਸੋਚਿਆ ਮੈਂ ਰਵੀ ਦਾ ਪਿੱਛਾ ਕਰਾਂਗੀ। ਰਵੀ ਉਸੇ ਸ਼ਹਿਰ ਹੀ ਉਤਰਿਆ ਜਿੱਥੇ ਮੈਂ ਜਾਣਾ ਸੀ। ਉਸ ਤੋਂ ਕੁਝ ਦੂਰੀ 'ਤੇ ਰਹਿ ਕੇ ਮੈਂ ਉਸ ਦਾ ਪਿੱਛਾ ਕਰਨ ਲੱਗੀ। ਉਹ ਇੱਕ ਬਿਲਡਿੰਗ ਦੇ ਅੰਦਰ ਚਲਾ ਗਿਆ। ਮੈਂ ਸਮਝ ਗਈ ਸੀ ਕਿ ਰਵੀ ਇੱਥੇ ਹੀ ਰਹਿੰਦਾ ਹੈ। ਉੱਥੋਂ ਵਾਪਸ ਆ ਗਈ। ਇੱਕ ਹੋਟਲ ਵਿੱਚ ਮੈਂ ਕਮਰਾ ਬੁੱਕ ਕਰ ਲਿਆ। ਹੁਣ ਮੈਂ ਤੈਅ ਨਹੀਂ ਕਰ ਪਾ ਰਹੀ ਸੀ ਕਿ ਪਹਿਲਾਂ ਪੁਨੀਤ ਦੇ ਘਰ ਜਾਵਾਂ ਜਾਂ ਰਵੀ ਦੇ। ਮੈਂ ਦੁਵਿਧਾ ਵਿੱਚ ਫਸ ਗਈ। ਫਿਰ ਮੈਂ ਨੇਹਾ ਨੂੰ ਫੋਨ ਕੀਤਾ ਤੇ ਉਸ ਨੂੰ ਗੱਲ ਦੱਸੀ, ਤਾਂ ਉਹ ਕਹਿਣ ਲੱਗੀ ਕਿ ਬਦਲੇ ਦੀ ਅੱਗ ਵਿੱਚ ਜਲਣ ਨਾਲ ਕੁਝ ਹਾਸਲ ਨਹੀਂ ਹੋਣਾ। ਪਹਿਲਾਂ ਤਾਂ ਤੁਸੀਂ ਪੁਨੀਤ ਦੇ ਘਰ ਜਾਓ। ਨੇਹਾ ਦੀ ਗੱਲ ਮੰਨ ਕੇ ਮੈਂ ਪੁਨੀਤ ਦੇ ਘਰ ਵੱਲ ਚੱਲ ਪਈ। ਮੈਂ ਉੱਥੇ ਪਹੁੰਚੀ ਤਾਂ ਵੇਖਿਆ ਕਿ ਜ਼ਿਆਦਾ ਕੁਝ ਨਹੀਂ ਬਦਲਿਆ ਸੀ। ਮੈਂ ਦਰਵਾਜ਼ਾ ਖੜਕਾਇਆ ਤਾਂ ਸਾਹਮਣੇ ਮੇਰਾ ਦਿਓਰ ਖੜਾ ਸੀ। ਉਹਨੂੰ ਵੇਖ ਕੇ ਮੈਂ ਚੌਂਕ ਗਈ। ਉਹਨੇ ਮੈਨੂੰ ਪਛਾਣ ਲਿਆ ਤੇ ਬੋਲਿਆ ਕਿ ਸਭ ਕੁਝ ਬਰਬਾਦ ਕਰਕੇ ਹੁਣ ਇੱਥੇ ਕੀ ਲੈਣ ਆਈਆਂ। ਉਸਨੇ ਮੈਨੂੰ ਅੰਦਰ ਬੁਲਾਇਆ। ਮੈਂ ਉਸ ਨੂੰ ਪੁੱਛਿਆ ਕਿ ਪੁਨੀਤ ਕਿੱਥੇ ਹੈ, ਤਾਂ ਮੇਰੀ ਗੱਲ ਸੁਣ ਕੇ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਹਦੀ ਪਤਨੀ ਵੀ ਮੈਨੂੰ ਬੁਰਾ ਭਲਾ ਕਹਿਣ ਲੱਗੀ
ਤੇ ਬੋਲੀ ਕਿ ਤੇਰੇ ਕਰਕੇ ਪੁਨੀਤ ਨੇ ਪੱਖੇ ਨਾਲ ਲਟਕ ਕੇ ਜਾਨ ਦੇ ਦਿੱਤੀ। ਹੁਣ ਇੰਨੇ ਸਾਲਾਂ ਬਾਅਦ ਉਹਦੀ ਖਬਰ ਲੈਣ ਆਈ ਆ। ਹੁਣੇ ਚਲੀ ਜਾ ਇੱਥੋਂ, ਨਹੀਂ ਤਾਂ ਮੈਂ ਪੁਲਿਸ ਬੁਲਾ ਲਵਾਂਗੀ। ਬੇਸ਼ਰਮ ਔਰਤ। ਮੈਂ ਉੱਥੋਂ ਵਾਪਸ ਆ ਗਈ। ਦਿਨ ਭਰ ਰੋਂਦੀ ਰਹੀ। ਮੈਂ ਸਮਝ ਗਈ ਇਸ ਸਭ ਲਈ ਰਵੀ ਜ਼ਿੰਮੇਵਾਰ ਸੀ। ਉਸ ਕਰਕੇ ਮੈਂ ਪੁਨੀਤ ਨੂੰ ਖੋ ਦਿੱਤਾ ਸੀ। ਮੈਂ ਨੇਹਾ ਨੂੰ ਫੋਨ ਕਰਕੇ ਸਭ ਕੁਝ ਦੱਸ ਦਿੱਤਾ। ਉਹ ਵੀ ਹੁਣ ਮੈਨੂੰ ਰਵੀ ਤੋਂ ਬਦਲਾ ਲੈਣ ਲਈ ਕਹਿ ਰਹੀ ਸੀ। ਮੈਂ ਉਸ ਨੂੰ ਕਿਹਾ ਕਿ ਮੈਂ ਰਵੀ ਦੇ ਘਰ ਜਾ ਰਹੀ ਹਾਂ, ਤਾਂ ਉਹ ਕਹਿਣ ਲੱਗੀ ਕਿ ਰਾਤ ਨੂੰ ਇਕੱਲੇ ਉਹਦੇ ਘਰ ਜਾਣਾ ਠੀਕ ਨਹੀਂ। ਉਹ ਕਹਿਣ ਲੱਗੀ ਕਿ ਮੈਂ ਸਵੇਰ ਤੱਕ ਇੱਥੇ ਆ ਜਾਵਾਂਗੀ, ਸਵੇਰੇ ਦੋਨੋਂ ਹੀ ਉਸਦੇ ਘਰ ਚੱਲਾਂਗੇ। ਮੈਂ ਉਹਦੀ ਗੱਲ ਮੰਨ ਲਈ। ਸਵੇਰ ਹੋਣ ਦਾ ਇੰਤਜ਼ਾਰ ਕੀਤਾ। ਸਵੇਰੇ ਨੇਹਾ ਆ ਗਈ ਤੇ ਰਵੀ ਦੇ ਘਰ ਪਹੁੰਚ ਗਈਆਂ। ਦਰਵਾਜ਼ਾ ਖੜਕਾਇਆ ਤਾਂ ਰਵੀ ਨੇ ਦਰਵਾਜ਼ਾ ਖੋਲ੍ਹਿਆ। ਸਾਨੂੰ ਵੇਖ ਕੇ ਉਹਦੇ ਹੋਸ਼ ਉੱਡ ਗਏ। ਨੇਹਾ ਤੂੰ? ਇੰਨਾ ਕਹਿ ਕੇ ਉਹਨੇ ਨੇਹਾ ਨੂੰ ਗਲੇ ਲਗਾ ਲਿਆ। ਨੇਹਾ ਵੀ ਰੋਣ ਲੱਗੀ। ਮੈਂ ਹੈਰਾਨ ਸੀ ਕਿ ਨੇਹਾ ਤਾਂ ਮੇਰੇ ਨਾਲ ਰਵੀ ਤੋਂ ਬਦਲਾ ਲੈਣ ਆਈ ਸੀ। ਫਿਰ ਇਹ ਸਭ ਕੀ ਸੀ? ਫਿਰ ਰਵੀ ਮੇਰੇ ਪੈਰਾਂ ਵਿੱਚ ਡਿੱਗ ਕੇ ਮੈਥੋਂ ਮਾफ़ੀ ਮੰਗਣ ਲੱਗਾ। ਫਿਰ ਸੋਫੇ 'ਤੇ ਬੈਠ ਕੇ ਦੱਸਣ ਲੱਗਿਆ ਕਿ ਨੇਹਾ ਮੇਰੀ ਭੈਣ ਹੈ, ਜਿਹਨੂੰ ਤੇਰਾ ਪਤੀ ਪੁਨੀਤ ਪਿਆਰ ਦੇ ਜਾਲ ਵਿੱਚ ਫਸਾ ਕੇ ਭਜਾ ਕੇ ਲੈ ਗਿਆ ਸੀ। ਪਰ ਫਿਰ ਉਸਨੇ ਪਤਾ ਨਹੀਂ ਇਸ ਨੂੰ ਕਿੱਥੇ ਛੱਡ ਦਿੱਤਾ ਤਾਂ ਨੇਹਾ ਨੇ ਕਿਹਾ ਕਿ ਉਸਨੇ ਮੈਨੂੰ ਵੇਚ ਦਿੱਤਾ ਸੀ। ਇਹ ਗੱਲ ਸੁਣ ਕੇ ਮੇਰੇ ਪੈਰਾਂ ਥੱਲੇੋਂ ਜ਼ਮੀਨ ਖਿਸ ਗਈ। ਫਿਰ ਰਵੀ ਕਹਿਣ ਲੱਗਿਆ ਕਿ ਮੇਰਾ ਅਸਲੀ ਨਾਮ ਰਿਸ਼ੀ ਹੈ। ਮੈਂ ਨਾਮ ਬਦਲ ਕੇ ਤੇਰੇ ਘਰ ਆਇਆ ਸੀ। ਮੈਂ ਪੁਨੀਤ ਤੋਂ ਬਦਲਾ ਲੈਣਾ ਚਾਹੁੰਦਾ ਸੀ। ਉਹਨੇ ਪਹਿਲਾਂ ਕਦੇ ਮੈਨੂੰ ਵੇਖਿਆ ਨਹੀਂ ਸੀ। ਮੈਂ ਤੇਰੇ ਨਾਲ ਉਸੇ ਤਰ੍ਹਾਂ ਕੀਤਾ ਜਿਵੇਂ ਪੁਨੀਤ ਨੇ ਨੇਹਾ ਨਾਲ ਕੀਤਾ ਸੀ। ਪੁਨੀਤ ਨੇ ਸਦਮਾ ਬਰਦਾਸ਼ਤ ਨਾ ਕੀਤਾ ਤੇ ਆਪਣੀ ਜਾਨ ਦੇ ਦਿੱਤੀ। ਇਸ ਤਰ੍ਹਾਂ ਮੇਰਾ ਬਦਲਾ ਪੂਰਾ ਹੋ ਗਿਆ। ਪਰ ਮੈਂ ਆਪਣੀ ਭੈਣ ਨੂੰ ਲੱਭਦਾ ਫਿਰਦਾ ਸੀ। ਪਰ ਇਹ ਮੈਨੂੰ ਇਸ ਤਰ੍ਹਾਂ ਮਿਲ ਜਾਵੇਗੀ, ਮੈਂ ਕਦੇ ਸੋਚ ਵੀ ਨਹੀਂ ਸਕਦਾ ਸੀ। ਮੈਂ ਆਪਣੀ ਖਾਤਰ ਤੇਰੀ ਜ਼ਿੰਦਗੀ ਨਾਲ ਖਿਲਵਾੜ ਕੀਤਾ। ਹੋ ਸਕੇ ਤਾਂ ਮੈਨੂੰ ਮਾफ़ ਕਰ ਦੇਵੀਂ। ਪੁਨੀਤ ਦੀ ਮੌਤ ਤੋਂ ਬਾਅਦ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ। ਮੈਂ ਤੈਨੂੰ ਉਸ ਔਰਤ ਕੋਲ ਵਾਪਸ ਲੈਣ ਵੀ ਗਿਆ ਸੀ, ਪਰ ਉਸਨੇ ਸਾਫ਼ ਮਨਾ ਕਰ ਦਿੱਤਾ। ਮੈਂ ਉਸ ਨੂੰ ਪੈਸੇ ਵੀ ਆਫਰ ਕੀਤੇ, ਪਰ ਉਹ ਨਾ ਮੰਨੀ। ਮੈਂ ਤੇਰੀ ਜ਼ਿੰਦਗੀ ਬਰਬਾਦ ਕੀਤੀ ਸੀ, ਇਸ ਲਈ ਮੈਂ ਵੀ ਵਿਆਹ ਨਹੀਂ ਕਰਵਾਇਆ। ਮੈਂ ਦੋਨਾਂ ਭੈਣ ਭਰਾਵਾਂ ਨੂੰ ਉੱਥੇ ਛੱਡ ਕੇ ਵਾਪਸ ਆ ਗਈ। ਇਸ ਘਟਨਾ ਨੂੰ ਕਈ ਸਾਲ ਬੀਤ ਗਏ। ਨੇਹਾ ਦਾ ਵਿਆਹ ਰਿਸ਼ੀ ਨੇ ਆਪਣੇ ਦੋਸਤ ਨਾਲ ਕਰਵਾ ਦਿੱਤਾ। ਕੱਲ੍ਹ ਤੱਕ ਜੋ ਮੇਰੀ ਸਹੇਲੀ ਸੀ, ਹੁਣ ਮੇਰੀ ਨਨਾਣ ਬਣ ਚੁੱਕੀ ਸੀ। ਮੈਂ ਰਵੀ ਮਤਲਬ ਰਿਸ਼ੀ ਦੀ ਪਤਨੀ ਬਣ ਗਈ ਸੀ। ਹੁਣ ਅਸੀਂ ਬਹੁਤ ਖੁਸ਼ ਹਾਂ। ਔਰਤਾਂ ਦਾ ਸਭ ਤੋਂ ਵੱਧ ਸ਼ੋਸ਼ਣ ਭਰੋਸੇ ਦੇ ਨਾਮ 'ਤੇ ਹੀ ਹੁੰਦਾ ਆ। ਮੋਹਣੀ, ਰੀਨਾ ਤੇ ਨੇਹਾ ਤਿੰਨੇ ਹੀ ਭਰੋਸੇ ਦੇ ਨਾਮ 'ਤੇ ਕੋਠੇ 'ਤੇ ਪਹੁੰਚੀਆਂ ਸਨ। ਕਿਸੇ 'ਤੇ ਅੱਖਾਂ ਬੰਦ ਕਰਕੇ ਭਰੋਸਾ ਕਰਕੇ ਆਪਣੀ ਜ਼ਿੰਦਗੀ ਬਰਬਾਦ ਕਰਨਾ ਬਿਲਕੁਲ ਗਲਤ ਹੈ। ਧੰਨਵਾਦ ਜੀ। ਇਹ ਸੀ ਅੱਜ ਦੀ ਆਪਣੀ ਕਹਾਣੀ। ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਮਿਲਦੇ ਆ ਇੱਕ ਨਵੀਂ ਕਹਾਣੀ ਦੇ ਨਾਲ। ਤਦ ਤੱਕ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ ਜੀ।